आज हम इनकी गवाही सुनते हैं कि कैसे परमेश्वर ने अपने वचन के द्वारा इन्हें छूकर चंगा किया और आज़ाद किया। तो आइए सुनते हैं इनकी अमेजिंग टेस्टिमनी को। सारे ਨੂੰ ਜੈ ਮਸੀਹ ਦੀ। ਮੇਰਾ ਨਾਮ ਸੁਨੀਲ ਕੁਮਾਰ ਹੈ। ਮੈਂ ਜਲੰਧਰ ਦਾ ਰਹਿਣ ਵਾਲਾ ਹਾਂ। ਅੱਜ ਮੈਂ ਆਪਣੇ ਜੀਵਨ ਦੀ ਵੱਡੀ ਗਵਾਹੀ ਦੇਣ ਜਾ ਰਿਹਾ। ਹੁਣ ਮੇਰੀ ਉਮਰ 30 ਸਾਲ ਦੀ ਹੈ। ਜਦੋਂ ਮੈਂ 15 ਸਾਲ ਦਾ ਸੀ ਤੇ ਮੇਰੇ ਤੇ ਦੁਸ਼ਟ ਆਤਮਾ ਦੇ ਅਟੈਕ ਹੋਣੇ ਸ਼ੁਰੂ ਹੋ ਗਏ। ਅੱਜ ਤੋਂ 15 ਸਾਲ ਪਹਿਲਾਂ ਮੈਂ ਆਪਣੇ ਰੂਮ ਵਿੱਚ ਬੈੱਡ ਤੇ ਬੈਠਾ ਟੀਵੀ ਦੇਖ ਰਿਹਾ ਸੀ। ਅਚਾਨਕ ਹੀ ਮੈਂ ਇੱਕ ਕਾਲੇ ਸਾਏ ਨੂੰ ਦੇਖਿਆ। ਉਸ ਕਾਲੇ ਸਾਏ ਨੂੰ ਦੇਖਣ ਤੋਂ ਬਾਅਦ ਮੈਨੂੰ ਬਹੁਤ ਜ਼ਿਆਦਾ ਡਰ ਲੱਗਣਾ ਸ਼ੁਰੂ ਹੋ ਗਿਆ। ਜਦੋਂ ਮੈਂ ਰਾਤ ਨੂੰ ਸੌਂਦਾ ਸੀ ਤੇ ਮੈਨੂੰ ਉਹ ਕਾਲਾ ਸਾਇਆ ਦਿਖਾਈ ਦਿੰਦਾ ਸੀ ਤੇ ਮੈਨੂੰ ਬਹੁਤ ਜ਼ਿਆਦਾ ਡਰ ਲੱਗਦਾ ਸੀ। ਜਦੋਂ ਮੇਰੇ ਨਾਲ ਇੱਦਾਂ ਹੋਣ ਲੱਗਾ ਤਾਂ ਮੈਂ ਸੋਚਿਆ ਕਿ ਇਹ ਮੇਰੇ ਮਨ ਦਾ ਵਹਿਮ ਹੋ ਸਕਦਾ ਹੈ, ਇਸ ਲਈ ਮੈਂ ਕਿਸੇ ਨੂੰ ਇਹ ਗੱਲ ਨਹੀਂ ਦੱਸੀ। ਲੇਕਿਨ ਉਸ ਤੋਂ ਬਾਅਦ ਦੁਸ਼ਟ ਆਤਮਾ ਦੇ ਅਟੈਕ ਮੇਰੇ 'ਤੇ ਵਧਣ ਲੱਗੇ। ਜਦੋਂ ਮੈਂ ਰਾਤ ਨੂੰ ਸੌਂਦਾ ਸੀ, ਦੁਸ਼ਟ ਆਤਮਾ ਸੁਪਨੇ ਦੇ ਦੁਆਰਾ ਮੇਰੇ ਨਾਲ ਗਲਤ ਰਿਲੇਸ਼ਨ ਬਣਾਉਂਦਾ ਸੀ। ਇਸ ਦੇ ਨਾਲ ਨਾਲ ਮੈਨੂੰ ਦਬਾਅ ਪੈਣੇ ਸ਼ੁਰੂ ਹੋ ਗਏ। ਜਦੋਂ ਮੈਂ ਸੌਂਦਾ ਸੀ, ਦੁਸ਼ਟ ਆਤਮਾ ਮੈਨੂੰ ਮੁੱਕੇ ਮਾਰਦਾ ਸੀ। ਜਦੋਂ ਮੈਂ ਸਵੇਰੇ ਉੱਠਦਾ ਸੀ ਤਾਂ ਮੈਨੂੰ ਦਰਦ ਫੀਲ ਹੁੰਦੀ ਸੀ ਜਿੱਥੇ ਮੈਨੂੰ ਦੁਸ਼ਟ ਆਤਮਾ ਮੁੱਕੇ ਮਾਰਦਾ ਸੀ। ਦੁਸ਼ਟ ਆਤਮਾ ਦੇ ਅਟੈਕ ਮੇਰੇ 'ਤੇ ਇੰਨੇ ਵੱਧ ਗਏ ਕਿ ਮੈਂ ਇਕੱਲਾ ਨਹੀਂ ਸੀ ਸੋ ਸਕਦਾ। ਮੈਨੂੰ ਬਹੁਤ ਜ਼ਿਆਦਾ ਡਰ ਲੱਗਦਾ ਸੀ। ਮੈਨੂੰ ਇੱਦਾਂ ਲੱਗਦਾ ਸੀ ਜਿੱਦਾਂ ਮੇਰੇ ਨਾਲ ਕੋਈ ਸੁੱਤਾ। ਅਤੇ ਜਦੋਂ ਮੈਂ ਖੜ੍ਹਾ ਹੁੰਦਾ ਸੀ ਤਾਂ ਮੈਨੂੰ ਇੱਦਾਂ ਲੱਗਦਾ ਕਿ ਜਿੱਦਾਂ ਮੇਰੇ ਕੋਈ ਪਿੱਛੇ ਖੜ੍ਹਾ ਹੈ। ਮੈਂ ਪਿੱਛੇ ਪਲਟ ਕੇ ਦੇਖਦਾ ਸੀ ਤਾਂ ਕੋਈ ਨਹੀਂ ਹੁੰਦਾ ਸੀ। ਜਦੋਂ ਮੈਂ ਸਵੇਰੇ ਉੱਠਦਾ ਸੀ ਅਤੇ ਮੇਰੀ ਬੋਡੀ ਵਿੱਚ ਬਹੁਤ ਜ਼ਿਆਦਾ ਵੀਕਨੈਸ ਹੁੰਦੀ ਸੀ। ਇਸ ਦੇ ਕਾਰਨ ਮੇਰੇ ਦਿਮਾਗ 'ਤੇ ਬਹੁਤ ਜ਼ਿਆਦਾ ਬੋਝ ਰਹਿਣ ਲੱਗ ਪਿਆ। ਮੈਂ ਸਾਰੀ ਰਾਤ ਡਿਪਰੈਸ਼ਨ ਵਿੱਚ ਰਹਿੰਦਾ ਸੀ ਅਤੇ ਮੈਂ ਰਾਤ ਨੂੰ ਗਲਤ ਵੀਡੀਓਜ਼ ਦੇਖਦਾ ਸੀ। ਇਹਨਾਂ ਅਟੈਕਸ ਦੇ ਕਾਰਨ ਮੇਰੀ ਬੋਡੀ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਰਹਿਣ ਲੱਗ ਪਈ। ਮੈਂ ਪੂਰੀ ਦਿਨ ਬੈੱਡ 'ਤੇ ਹੀ ਪਿਆ ਰਹਿੰਦਾ ਸੀਗਾ। ਔਰ ਦੁਸ਼ਟ ਆਤਮਾ ਦੇ ਅਟੈਕ ਦੇ ਕਾਰਨ ਮੇਰਾ ਸਰੀਰ ਪੂਰੀ ਤਰ੍ਹਾਂ ਬਿਮਾਰ ਹੋ ਗਿਆ। ਮੇਰੀ ਬੋਡੀ ਪੂਰੀ ਤਰ੍ਹਾਂ ਜਕੜੀ ਰਹਿੰਦੀ ਸੀ। ਮੈਨੂੰ ਨਹੀਂ ਸੀ ਪਤਾ ਕਿ ਇਹ ਸਭ ਮੇਰੇ ਨਾਲ ਦੁਸ਼ਟ ਆਤਮਾ ਦੇ ਕਾਰਨ ਹੋ ਰਿਹਾ। ਮੈਂ ਡਾਕਟਰਾਂ ਤੋਂ ਦਵਾਈ ਲੈਣੀ ਸ਼ੁਰੂ ਕਰ ਦਿੱਤੀ। ਮੈਂ ਬਹੁਤ ਸਾਰੇ ਡਾਕਟਰਾਂ ਨੂੰ ਚੈੱਕ ਕਰਾਇਆ, ਦੇਸੀ ਦਵਾਈ, ਅੰਗਰੇਜ਼ੀ ਦਵਾਈ, ਹੋਮਿਓਪੈਥੀ ਦਵਾਈ ਖਾਧੀ, ਲੇਕਿਨ ਮੈਨੂੰ ਕੋਈ ਆਰਾਮ ਨਹੀਂ ਆਇਆ। ਪਹਿਲੇ ਤਾਂ ਮੈਂ ਲੋਕਲ ਡਾਕਟਰਾਂ ਕੋਲ ਜਾਣਾ ਸ਼ੁਰੂ ਕੀਤਾ, ਲੇਕਿਨ ਮੈਨੂੰ ਕੋਈ ਆਰਾਮ ਨਹੀਂ ਆਇਆ। ਫਿਰ ਮੈਂ ਸਪੈਸ਼ਲਿਸਟ ਡਾਕਟਰਾਂ ਕੋਲ ਜਾਣਾ ਸ਼ੁਰੂ ਕੀਤਾ, ਮੈਨੂੰ ਫਿਰ ਵੀ ਕੋਈ ਆਰਾਮ ਨਹੀਂ ਆਇਆ। ਜਦੋਂ ਡਾਕਟਰਾਂ ਤੋਂ ਦਵਾਈ ਲੈਣ ਤੋਂ ਬਾਅਦ ਵੀ ਮੈਨੂੰ ਕੋਈ ਆਰਾਮ ਨਹੀਂ ਸੀ ਆ ਰਿਹਾ ਤਾਂ ਮੈਂ ਆਪਣੇ ਫਰੈਂਡ ਨਾਲ ਗੱਲ ਸ਼ੇਅਰ ਕੀਤੀ ਅਤੇ ਉਹਨੇ ਮੈਨੂੰ ਅੰਨੇ ਜਗ੍ਹਾ 'ਤੇ ਜਾਣ ਲਈ ਕਿਹਾ ਅਤੇ ਮੈਂ ਬਹੁਤ ਸਾਰੀਆਂ ਅੰਨੇ ਜਗ੍ਹਾ 'ਤੇ ਗਿਆ, ਲੇਕਿਨ ਤਾਂ ਵੀ ਮੈਨੂੰ ਕੋਈ ਆਰਾਮ ਨਹੀਂ ਆਇਆ। ਇਸੇ ਤਰ੍ਹਾਂ ਮੈਂ 20 ਤੋਂ ਲੈ ਕੇ 25 ਤੱਕ ਡਾਕਟਰਾਂ ਦੇ ਕੋਲ ਗਿਆ, ਲੇਕਿਨ ਮੈਨੂੰ ਕੋਈ ਆਰਾਮ ਨਹੀਂ ਮਿਲਿਆ। ਅਤੇ 70 ਤੋਂ 80 ਮੈਂ ਅੰਨੇ ਜਗ੍ਹਾ 'ਤੇ ਗਿਆ ਤਾਂ ਵੀ ਮੈਨੂੰ ਕੋਈ ਆਰਾਮ, ਨਾ ਕੋਈ ਛੁਟਕਾਰਾ ਮਿਲਿਆ, ਨਾ ਮੈਨੂੰ ਬਿਮਾਰੀ ਤੋਂ ਚੰਗਿਆਈ ਮਿਲੀ। ਇੰਨੇ ਡਾਕਟਰਾਂ ਤੋਂ ਜਾਣ ਤੋਂ ਬਾਅਦ ਅਤੇ ਅੰਨੇ ਜਗ੍ਹਾ 'ਤੇ ਜਾਣ ਤੋਂ ਬਾਅਦ ਮੈਂ ਆਪਣੀ ਉਮੀਦ ਖੋ ਚੁੱਕਾ ਸੀ ਕਿ ਮੈਨੂੰ ਹੁਣ ਛੁਟਕਾਰਾ ਨਹੀਂ ਮਿਲੇਗਾ। ਮੈਨੂੰ ਲੱਗਦਾ ਸੀ ਕਿ ਮੈਂ ਇਸ ਬਿਮਾਰੀ ਤੋਂ ਆਜ਼ਾਦ ਨਹੀਂ ਹੋ ਪਾਵਾਂਗਾ ਅਤੇ ਦੁਸ਼ਟ ਆਤਮਾ ਦੇ ਇਸ ਅਟੈਕ ਤੋਂ ਆਜ਼ਾਦ ਨਹੀਂ ਹੋ ਪਾਵਾਂਗਾ। ਇਸ ਦੁਸ਼ਟ ਆਤਮਾ ਦੇ ਅਟੈਕ ਦੇ ਕਾਰਨ ਮੈਨੂੰ ਬਹੁਤ ਜ਼ਿਆਦਾ ਨੈਗੇਟਿਵ ਥੋਟ ਆਉਂਦੇ ਸੀਗੇ। ਮੈਨੂੰ ਲੱਗਦਾ ਸੀ ਕਿ ਮੈਂ ਆਪਣੇ ਆਪ ਨੂੰ ਖਤਮ ਕਰ ਦੇਵਾਂ, ਕਦੀ ਟ੍ਰੇਨ ਥੱਲੇ ਆ ਜਾਵਾਂ, ਕਦੀ ਪੱਖੇ ਨਾਲ ਲਟਕ ਜਾਵਾਂ। ਫਿਰ ਮੈਂ ਇੱਕ ਦਿਨ ਕਿਸੇ ਦੇ ਨਾਲ ਆਪਣੀ ਪ੍ਰੋਬਲਮ ਸ਼ੇਅਰ ਕੀਤੀ। ਉਸਨੇ ਮੈਨੂੰ ਅੰਕਲ ਨੂਲਾ ਮਿਨਿਸਟਰੀ ਦੇ ਬਾਰੇ ਦੱਸਿਆ ਕਿ ਤੁਸੀਂ ਉੱਥੇ ਜਾਓ, ਤੁਸੀਂ ਹੀਲ ਹੋਵੋਗੇ। ਉੱਥੇ ਵੱਡੇ ਚਮਤਕਾਰ ਹੁੰਦੇ ਆ, ਬਿਮਾਰ ਸ਼ਿਫਾ ਪਾਉਂਦੇ ਨੇ ਅਤੇ ਦੁਸ਼ਟ ਆਤਮਾ ਦੇ ਜਕੜੇ ਲੋਕੀ ਆਜ਼ਾਦ ਹੁੰਦੇ ਨੇ। ਅਤੇ ਉਹਨਾਂ ਨੇ ਮੈਨੂੰ ਫੋਨ 'ਤੇ ਅੰਕਲ ਨੂਲਾ ਮਿਨਿਸਟਰੀ ਦਾ ਲਿੰਕ ਸੈਂਡ ਕੀਤਾ। ਜਦੋਂ ਮੈਂ ਉਹਨਾਂ ਲਿੰਕ ਨੂੰ ਓਪਨ ਕਰਨਾ ਸ਼ੁਰੂ ਕੀਤਾ ਅਤੇ ਉੱਥੇ ਬਹੁਤ ਸਾਰੀਆਂ ਗਵਾਹੀਆਂ ਨੂੰ ਸੁਣਿਆ ਅਤੇ ਮੈਂ ਸੋਚਿਆ ਕਿ ਮੈਂ ਇੱਥੋਂ ਛੁਟਕਾਰਾ ਪਾ ਸਕਦਾ। ਫਿਰ ਮੈਂ ਅੰਕਲ ਨੂਲਾ ਮਿਨਿਸਟਰੀ ਦੇ ਨਾਲ ਜੁੜ ਗਿਆ। ਜਦੋਂ ਮੈਂ ਪਹਿਲੀ ਵਾਰ ਚਰਚ ਵਿੱਚ ਆਇਆ ਤਾਂ ਮੈਂ ਲੋਕਾਂ ਨੂੰ ਹੀਲਿੰਗ ਲੈਂਦੇ ਦੇਖਿਆ, ਬਿਮਾਰਾਂ ਨੂੰ ਛੁਟਕਾਰਾ ਲੈਂਦੇ ਦੇਖਿਆ ਅਤੇ ਮੇਰਾ ਵਿਸ਼ਵਾਸ ਵਧਿਆ। ਫਿਰ ਮੈਂ ਲਗਾਤਾਰ ਚਰਚ ਆਉਣਾ ਸ਼ੁਰੂ ਕੀਤਾ, ਵਚਨ ਨੂੰ ਸੁਣਨਾ ਸ਼ੁਰੂ ਕੀਤਾ ਅਤੇ ਪ੍ਰੇਅਰ ਨੂੰ ਰਿਸੀਵ ਕਰਨਾ ਸ਼ੁਰੂ ਕੀਤਾ। ਫਿਰ 11 ਅਪ੍ਰੈਲ 2021 ਨੂੰ ਜਦੋਂ ਮੈਂ ਚਰਚ ਆਇਆ, ਪਰਮੇਸ਼ਵਰ ਦੇ ਦਾਸ ਨੇ ਦੁਸ਼ਟ ਆਤਮਾ ਦੇ ਜਕੜੇ ਲੋਕਾਂ ਲਈ ਪ੍ਰਾਰਥਨਾ ਕੀਤੀ ਅਤੇ ਮੈਂ ਉਸ ਪ੍ਰਾਰਥਨਾ ਨੂੰ ਵਿਸ਼ਵਾਸ ਦੇ ਨਾਲ ਰਿਸੀਵ ਕੀਤਾ। मैं देख रहा हूँ दुष्ट आत्मा को निकलते हुए, मैं देख रहा हूँ दुष्ट आत्मा को जाते हुए, मैं देख रहा हूँ यीशु मसीह के पवित्र और सामर्थी नाम में होली गोस्ट, होली गोस्ट, होली गोस्ट, होली गोस्ट रिलीज करो, होली गोस्ट फायर यीशु मसीह के सामर्थी नाम में। ਜਦੋਂ ਮੈਂ ਪ੍ਰਾਰਥਨਾ ਨੂੰ ਵਿਸ਼ਵਾਸ ਦੇ ਨਾਲ ਰਿਸੀਵ ਕੀਤਾ ਤਾਂ ਪਰਮੇਸ਼ਵਰ ਦੇ ਆਤਮਾ ਨੇ ਮੈਨੂੰ ਛੁਇਆ ਅਤੇ ਮੈਂ ਦੁਸ਼ਟ ਆਤਮਾ ਤੋਂ ਆਜ਼ਾਦ ਹੋ ਗਿਆ। ਜਦੋਂ ਮੈਂ ਉਸ ਪ੍ਰਾਰਥਨਾ ਨੂੰ ਰਿਸੀਵ ਕੀਤਾ ਅਤੇ ਮੈਂ ਸ਼ਾਮ ਨੂੰ ਘਰ ਗਿਆ ਅਤੇ ਮੈਨੂੰ ਕੋਈ ਡਰ ਨਹੀਂ ਲੱਗਿਆ, ਕੋਈ ਦੁਸ਼ਟ ਆਤਮਾ ਦਾ ਕੋਈ ਅਟੈਕ ਨਹੀਂ ਹੋਇਆ ਅਤੇ ਮੈਨੂੰ ਵਧੀਆ ਨੀਂਦ ਆਈ ਅਤੇ ਕੋਈ ਡਰ ਨਹੀਂ ਲੱਗਿਆ। ਉਸ ਦਿਨ ਤੋਂ ਬਾਅਦ ਮੈਂ ਦੁਸ਼ਟ ਆਤਮਾ ਦੇ ਅਟੈਕ ਤੋਂ ਬਿਲਕੁਲ ਆਜ਼ਾਦ ਹਾਂ, ਪੂਰੀ ਬੋਡੀ ਦੀ ਵੀਕਨੈਸ ਤੋਂ ਆਜ਼ਾਦ ਹਾਂ। ਨਾ ਹੀ ਹੁਣ ਮੈਨੂੰ ਕਾਲਾ ਸਾਇਆ ਦਿਖਾਈ ਦਿੰਦਾ ਹੈ, ਨਾ ਹੀ ਦੁਸ਼ਟ ਆਤਮਾ ਦੇ ਅਟੈਕ ਹੁੰਦੇ ਆ ਅਤੇ ਨਾ ਹੀ ਭੈ ਵਿਚਾਰ ਦੇ ਅਟੈਕ ਹੁੰਦੇ। ਹੁਣ ਮੇਰੀ ਬੋਡੀ 'ਚ ਕੋਈ ਵੀ ਵੀਕਨੈਸ ਨਹੀਂ ਹੈ। ਮੈਂ ਬਿਲਕੁਲ ਫਿੱਟ ਹਾਂ ਅਤੇ ਹਰ ਇੱਕ ਕੰਮ ਨੂੰ ਖੁਦ ਕਰਦਾ ਹਾਂ। ਜਿਹੜੇ ਲੋਕੀ ਦੁਸ਼ਟ ਆਤਮਾ ਦੇ ਜਕੜੇ ਹੋਏ ਨੇ, ਥਾਂ ਧੱਕੇ ਖਾ ਕੇ ਥੱਕ ਚੁੱਕੇ ਨੇ, ਅੱਕ ਚੁੱਕੇ ਨੇ, ਪਰਮੇਸ਼ਵਰ ਦਾ ਵਚਨ ਕਹਿੰਦਾ ਹੈ, ਹੇ ਥੱਕੇ ਹਾਰੇ ਅਤੇ ਬੋਝ ਹੇਠ ਦੱਬੇ ਲੋਕੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਵਿਸ਼ਰਾਮ ਦੂੰਗਾ। ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਪ੍ਰਭੂ ਯੀਸ਼ੂ ਮਸੀਹ 'ਤੇ ਵਿਸ਼ਵਾਸ ਕਰੋ, ਜੀਵਿਤ ਚਰਚ ਦਾ ਹਿੱਸਾ ਬਣੋ ਅਤੇ ਤੁਸੀਂ ਵੀ ਬਿਮਾਰੀਆਂ ਤੋਂ, ਦੁਸ਼ਟ ਆਤਮਾ ਤੋਂ ਛੁਟਕਾਰਾ ਪਾਓਗੇ। ਮੇਰਾ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਪ੍ਰਭੂ ਯੀਸ਼ੂ ਮਸੀਹ ਜੀ ਨੇ ਮੈਨੂੰ ਛੁਟਕਾਰਾ ਦਿੱਤਾ ਹੈ, ਉਹ ਤੁਹਾਨੂੰ ਵੀ ਛੁਟਕਾਰਾ ਦੇਗਾ। ਹੁਣ ਮੈਂ ਆਪਣੀ ਲਾਈਫ 'ਚ ਬਹੁਤ ਜ਼ਿਆਦਾ ਖੁਸ਼ ਹਾਂ।
ਇਸ ਵੱਡੀ ਚੰਗਿਆਈ ਤੇ ਛੁਟਕਾਰੇ ਦੇ ਲਈ ਮੈਂ ਪ੍ਰਭੂ ਯੀਸ਼ੂ ਮਸੀਹ ਦਾ ਧੰਨਵਾਦ ਕਰਦਾ ਹਾਂ ਤੇ ਪਰਮੇਸ਼ਵਰ ਦੇ ਦਾਸ ਦਾ ਧੰਨਵਾਦ ਕਰਦਾ ਹਾਂ। ਸਾਰਿਆਂ ਨੂੰ ਜੈ ਮਸੀਹ। जैसे कि पहला शमूएल 1:17 में लिखा है, एली ने कहा, कुशल से चली जा, इज़राइल का परमेश्वर तुझे मन चाहा वर दे। सचमुच परमेश्वर आज भी उसी रीति से अपने दास प्रेरित अंकुर यूसुफ नरूला जी के द्वारा कार्य कर रहे हैं और इसी तरह परमेश्वर ने इन्हें बेटे के साथ आशीषित किया। सबको जय मसीह की। मेरा नाम पूजा है और ये मेरे हस्बैंड, इनका नाम जुगल कुमार है। हम दीनानगर गुरदासपुर के रहने वाले हैं और आज हम अपने जीवन की बहुत बड़ी गवाही देने जा रहे हैं। हमारी शादी दिसंबर 2019 में हुई और उसके बाद मुझे दुष्ट आत्मा के अटैक होना शुरू हो गए। जब मुझे दुष्ट आत्मा के अटैक होने शुरू हुए तब मुझे सपनों में मुर्दा लोग, खून, मांस आदि गंदी वस्तुएं दिखाई देने लगी। इसके साथ दुष्ट आत्मा मेरे सपने में मुझसे गलत संबंध बनाते थे और मुझे आवाजें सुनाई देती थी, दबाव पड़ते थे, नील पड़ते थे और मैं सुबह जब उठती थी तो मेरा शरीर बहुत भारी होता था। जब दुष्ट आत्मा के अटैक होने शुरू हुए उसके बाद मैं बीमारियों में चली गई। इसके बाद मेरे पीरियड इरेगुलर हो गए और मुझे 2-2 महीने के बाद पीरियड्स आते थे। इसके बाद मैंने और मेरे हस्बैंड ने बेबी प्लान किया। जनवरी 2020 में मैं पहली बार प्रेग्नेंट हुई। जब मैं 2 मंथ की प्रेग्नेंट थी तो मुझे रात को सपना आया, दुष्ट आत्मा मुझे बोल रहा था कि मैं तुझे बेबी नहीं होने दूंगा। जब मैं सुबह उठी तो मुझे ब्लीडिंग होना शुरू हो गई और मैंने अपने हस्बैंड को बताया और उसके बाद हम डॉक्टर के पास गए। डॉक्टर ने बताया कि आपका मिसकैरेज हो चुका है। जब डॉक्टर ने बताया कि आपका मिसकैरेज हो चुका है तब मैं और मेरे हस्बैंड रोने लगे। फिर कुछ समय बाद हमने दोबारा बेबी प्लान किया लेकिन मुझे बेबी कंसीव नहीं हो पा रहा था। जब हम डॉक्टर के पास गए, डॉक्टर ने मेरे सारे टेस्ट किए तो उन्होंने बताया कि आपकी राइट ओवरी में मांस वाली रसोली और पानी वाली रसोलियां हैं। इसकी वजह से आप बेबी कंसीव नहीं कर पा रहे हो। डॉक्टर ने बताया कि जो आपकी मांस वाली रसोली आपकी ओवरी में है, अगर उसका ऑपरेट नहीं करवाएंगे तब तक आपको बेबी कंसीव नहीं होगा। जब मुझे डॉक्टर ने ऑपरेट के लिए बोला लेकिन मैं ऑपरेट नहीं करवाना चाहती थी, इसलिए मैंने ऑपरेशन के लिए मना कर दिया। फिर मैं और मेरे हस्बैंड गायनी स्पेशलिस्ट डॉक्टर हिमाचल में हैं, उनके पास गए। उन्होंने मेरी सारी रिपोर्ट्स चेक की और मुझे दवाइयाँ देने शुरू कर दी। फिर कुछ समय तक मैंने वैध दवाई खाई लेकिन मुझे बेबी कंसीव फिर भी नहीं हुआ और ना ही मेरी रसोलियाँ ख़त्म हुई। जब मेरी वाइफ को कोई बेबी नहीं हो रहा था तो मैं अपनी वाइफ को अलग अलग डॉक्टरों के पास लेके गया, जैसे अलग अलग शहरों में, जैसे कांगड़ा, गुरदासपुर, पठानकोट, गुजरात, दीनानगर। और फिर हमने बहुत सारे डॉक्टरों के पास मेडिसिन खिलाई मैं अपनी वाइफ को और फिर भी बेबी कंसीव नहीं हो रहा था। बेबी कंसीव होने के बिना हमारी लाइफ बहुत बेकार हो चुकी थी। हम बहुत परेशान रहते थे। लोग हमें बातें करते थे, वो मुझे बोलते थे कि कब बेबी होगा, कब बेबी होगा। तो ये बातें सुन सुन के हम शर्मिंदा हो चुके थे। जब मेरी वाइफ को बेबी नहीं हो रहा था तो हम अन्य जगह पर जाने लगे, जैसे किसी ने बता दिया वैसा ही भी इधर चले जाओ तो उधर चले जाना, कोई बोलता था उधर चले जाओ तो उधर चले जाते थे। बेबी ना होने के कारण मैं टोटली डिप्रेशन में थी और सुसाइड करने के थॉट मेरे मन में आते थे और मैंने 2 बार सुसाइड करने की भी कोशिश की थी। एक बार कनक की दवाई खाने से और दूसरी बार चुन्नी गले में डालकर। जब हम कहीं भी शादी या फंक्शन में जाते थे तो दूसरे बच्चों को देख के हमारे मन में भी होता था कि हमारा भी बेबी हो और हम भी उसे ऐसे ही गोद में उठाएं। जब हमारे बेबी नहीं था, हम दोनों हस्बैंड वाइफ बहुत परेशान थे। तब हमारे भतीजे ने हमें अंकुर नरूला मिनिस्ट्री के बारे में बताया। उन्होंने हमें बताया कि परमेश्वर अद्भुत काम करता है और बड़ी बड़ी गवाहियों के साथ ब्लेस करता है। आप भी चर्च में आओ, आपको भी बेबी के साथ ब्लेस करेगा। फिर फर्स्ट टाइम हम
अंकुर नरूला मिनिस्ट्री की ब्रांच जो गुरदासपुर में है वहाँ गए। जब पहली बार हम गुरदासपुर ब्रांच में गए तब हमने बेबी ब्लेसिंग की गवाहियों को सुना। तब हमें भी विश्वास हो गया कि प्रभु हमें भी बेबी के साथ ब्लेस जरूर करेंगे। फिर हमने लगातार गुरदासपुर ब्रांच में जाना शुरू किया। 23 अप्रैल 2023 को जब हम गुरदासपुर ब्रांच में थे, अपोस्टल जी ने दुष्ट आत्माओं के जकड़े हुए लोगों के लिए खास प्रेयर की और वह प्रेयर मैंने अपने लिए रिसीव की। अगले 5 मिनट आप शैतान की ताकत को, वो शैतानी पावर, आप उसे डांटेंगे अपने घर से, अपने बच्चों से, फैमिली से, बॉडी से, सिस्टम से। डेविल आउट कमांड करेंगे इन द नेम ऑफ जीसस। जैसे ही मैंने उस सामर्थी प्रार्थना को रिसीव किया, मुझे बहुत पसीना आया और मुझे वोमिट आई और मुझे बहुत हल्का महसूस हुआ और मुझे लगा कि दुष्ट आत्माएं मुझे छोड़कर जा चुकी हैं। उस सामर्थी प्रेयर के बाद घर जाकर मैंने 4 दिन के बाद अपना प्रेगनेंसी टेस्ट किया तो मेरा प्रेगनेंसी टेस्ट पॉजिटिव था। तब सबसे पहले मैंने अपने हस्बैंड को बताया और हम इतने खुश थे कि हमारी खुशी का कोई ठिकाना नहीं था। परमेश्वर की जीवित सामर्थ्य ने मुझे टच किया और दुष्ट आत्माओं से मुझे आज़ाद किया। रसौलियाँ गायब हुई और मुझे प्रेगनेंसी के साथ ब्लेस किया। फिर 31 जनवरी 2024 को मुझे परमेश्वर ने बेबी बॉय के साथ ब्लेस किया। जब पहली बार मैंने अपने बेबी को अपनी गोद में लिया तो मुझे बहुत रोना आया और मैंने परमेश्वर का धन्यवाद किया। अभी हम अपने बच्चे के साथ बहुत खुश हैं। जिन बहनों के पास बेबी नहीं है, मैं उनको यही कहना चाहती हूँ कि वह प्रभु की हजूरी में आए और परमेश्वर के दास और दासी के द्वारा बताए हुए वचनों पे चलें। उन्हें भी जैसे मुझे बेबी के साथ ब्लेस किया है, उन्हें भी जरूर ब्लेस करेंगे। मैं इस अद्भुत और बड़ी गवाही के लिए परमेश्वर का धन्यवाद करती हूँ और परमेश्वर के दास और दासी का भी धन्यवाद करती हूँ। सबको जय मसीह की। तारीफ करें सब जोर से, तालियों के साथ अपने हाथों को उठा के जोर से जीवित परमेश्वर के नाम का महिमा दें। तेरा शुक्र करा मैं यीशु जी, सुबह तो लेके शाम। तेरा शुक्र करा